तेरे नाम दे सहारे पार लंघना, बेड़ा मेरी जिंदड़ी दा। नाम दे सहारे पार लंघना, बेड़ा मेरी जिंदड़ी दा। बेड़ा मेरी जिंदड़ी दा। नाम दे सहारे पार लंघना, बेड़ा मेरी जिंदड़ी दा। नाम दे सहारे पार लंघना, बेड़ा मेरी जिंदड़ी दा। बेड़ा मेरी जिंदड़ी दा। बेड़ा मेरी जिंदड़ी दा। जिंदड़ी दा। बेड़ा जिंदड़ी दा। सहारे पार लंघना, बेड़ा मेरी जिंदड़ी दा। नाम दे सहारे पार लंघना, बेड़ा मेरी जिंदड़ी दा। नाम दे सहारे पार लंघना, बेड़ा मेरी जिंदड़ी दा।
ਦੇ ਸਹਾਰੇ ਪਾਰ ਲੰਘਣਾ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਵਾਸਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ ਹਾਂ। ਆਓ ਸਭ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ। ਗੱਜ ਵੱਜ ਕੇ ਬੁਲਾਓ, ਬੁਲੰਦ ਆਵਾਜ਼ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਕੁਝ ਸਮਾਂ ਆਪਾਂ ਰਲ ਮਿਲ ਕਰਕੇ ਲਾਹੇ ਪ੍ਰਾਪਤ ਕਰੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਵਚਨ ਕਰਦੇ ਨੇ, ਹਮ ਅੰਧਲੇ ਅੰਧ ਬਿਖਾ ਬਿਖ ਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਅਸੀਂ ਹਮ ਅੰਧਲੇ ਅੰਨੇ ਹਾਂ ਸਤਿਗੁਰੂ ਦੇ ਗਿਆਨ ਤੋਂ ਬਿਨਾਂ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਦਿਸੇ ਵਿਕਾਰਾਂ ਦੇ ਵਿੱਚ ਮਸਤ ਰੱਤੇ ਹੋਏ। ਕਿਉਂ ਚੱਲ ਹੈ ਗੁਰ ਚਾਲੀ, ਗੁਰਾਂ ਦੀ ਚਲਾਈ ਹੋਈ ਮਰਿਆਦਾ ਤੇ ਕਿਵੇਂ ਚੱਲੇ। ਸਤਿਗੁਰ ਦਇਆ ਕਰੇ, ਜੇ ਸਤਿਗੁਰੂ ਜੀ ਮਿਹਰ ਕਰਦੇ ਨੇ, ਸਤਿਗੁਰ ਦਇਆ ਕਰੇ ਸੁਖ ਦਾਤਾ, ਸੁੱਖਾਂ ਦੇ ਦਾਤੇ ਸਤਿਗੁਰੂ ਜੀ ਮਿਹਰ ਕਰਦੇ ਨੇ। ਹਮ ਲਾਵੈ ਆਪਣ ਪਾਲੀ, ਸਾਨੂੰ ਆਪਣੇ ਪੱਲੇ ਦੇ ਨਾਲ ਜੋੜ ਲੈਣ ਸਤਿਗੁਰ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰੂ ਸਾਹਿਬ ਜੀ ਕਹਿੰਦੇ ਹੈ ਗੁਰਸਿੱਖੋ ਮਿੱਤਰੋ, ਤੁਸੀਂ ਗੁਰਾਂ ਦੀ ਚਾਲੀ ਦੇ ਮੁਤਾਬਕ ਚੱਲੋ, ਮਰਿਆਦਾ ਦੇ ਮੁਤਾਬਕ ਚੱਲੋ। ਜੋ ਗੁਰ ਕਹੈ ਸੋਈ ਭਲ ਮੰਨਣਾ। ਜੋ ਗੁਰੂ ਸਾਹਿਬ ਜੀ ਕਹਿ ਰਹੇ ਨੇ, ਸਤਿਗੁਰਾਂ ਦੇ ਬਚਨਾਂ ਨੂੰ ਮਿੱਠਾ ਕਰਕੇ ਲੈਣਾ। ਜੋ ਗੁਰ ਕਹੈ ਸੋਈ ਭਲ ਮੰਨਹੁ, ਹਰ ਹਰ ਕਥਾ ਨਿਰਾਲੀ।
ਇਹ ਕਥਾ ਬੜੀ ਨਿਰਾਰੀ ਹੈ, ਨਿਰਾਲੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ ਦੇ ਵਿੱਚ ਦੱਸਿਆ ਹੈ ਕਿਵੇਂ ਅਸੀਂ ਆਪਣੇ ਜੀਵਨ ਨੂੰ ਜਿਉਣਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਨੂੰ ਜਿਉਣ ਦਾ, ਸਿੱਖ ਦੇ ਜਿਉਣ ਦਾ ਢੰਗ ਤਰੀਕਾ ਦੱਸਦੇ, ਸਿੱਖ ਦੀ ਰਹਿਣੀ ਦੱਸਦੇ ਨੇ, ਸਿੱਖ ਦੀ ਕਰਨੀ ਦੱਸਦੇ ਨੇ। ਮਹਾਰਾਜ ਕਹਿੰਦੇ ਨੇ ਸਤਿਗੁਰ ਕਾਜੋ ਸਿੱਖ ਅਖਾਏ, ਜਿਹੜਾ ਗੁਰੂ ਦਾ ਸਿੱਖ ਅਖਵਾਉਂਦਾ ਹੈ। ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਕਹਿੰਦੇ ਉਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇ। ਫਿਰ ਕਹਿੰਦੇ ਉਦਮ ਕਰੇ ਭਲ ਕੇ ਪ੍ਰਭਾਤੀ। ਉਦਮ ਕਰਕੇ, ਉਦਮ ਵੀ ਗੁਰਸਿੱਖ ਨੂੰ ਬੜਾ ਜ਼ਰੂਰੀ ਹੈ। ਆਲਸੀ ਨਹੀਂ ਹੋਣਾ ਚਾਹੀਦਾ ਗੁਰਸਿੱਖ, ਉਦਮੀ ਹੋਣਾ ਚਾਹੀਦਾ। ਉਦਮ ਕਰੇ ਦਿਆ ਜਿਉ ਕਮਾਵ ਦਿਆਂ ਸੁਖ ਪੁੰਜ, ਧਿਆਏ ਦਿਆਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਫਿਰ ਸਾਰੀਆਂ ਚਿੰਤਾ ਖਤਮ ਹੋ ਜਾਂਦੀਆਂ ਜਦੋਂ ਗੁਰੂ ਦਾ ਸਿੱਖ ਉਦਮ ਕਰਦਾ। ਉਦੋਂ ਸਾਹ ਕਿਆ ਨਿਸ਼ਾਨੀ, ਕਹਿੰਦੇ ਕੀ ਨਿਸ਼ਾਨੀਆਂ ਉਦਮ ਵਾਲੇ ਦੀ। ਜਿਹੜਾ ਬੰਦਾ ਉਦਮ ਕਰਦਾ ਉਹਦੀ ਨਿਸ਼ਾਨੀ ਕੀ ਹੈ? ਉਦੋਂ ਸਾਹ ਕਿਆ ਨਿਸ਼ਾਨੀ, ਤੋਟ ਨਾ ਆਵੇ ਅੰਨੀ। ਕਹਿੰਦੇ ਉਹਦੇ ਘਰ ਦੇ ਵਿੱਚ ਅੰਨ ਦੀ ਤੋਟ ਨਹੀਂ ਆਉਂਦੀ ਜਿਹੜਾ ਉਦਮੀ। ਇਸ ਕਰਕੇ ਸਾਨੂੰ ਗੁਰਸਿੱਖ ਮਹਾਰਾਜ ਕਹਿੰਦੇ ਉਹੀ ਹੈ ਜਿਹੜਾ ਉਦਮ ਕਰਦਾ। ਜਿਹੜੇ ਨੇ ਹੁਣ ਉੱਠਣਾ ਹੀ 7-8 ਵਜੇ ਆ, ਉਹ ਕੀ ਉਦਮ ਕਰੇਗਾ? ਕੀ ਉਹ ਸਿੱਖੀ ਨਿਭਾਵੇਗਾ? ਅੰਮ੍ਰਿਤ ਵੇਲੇ ਜਿਹੜਾ ਇਸ਼ਨਾਨ ਹੀ ਨਹੀਂ ਕਰ ਸਕਦਾ ਉੱਠ। ਮਹਾਰਾਜ ਕਹਿੰਦੇ ਨੇ ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਪਹਿਲਾਂ ਉੱਠ ਕੇ ਨਾਮ ਜਪੇ, ਗੁਰਮੁਖ ਨਾਮ ਦਾਨ ਇਸ਼ਨਾਨ, ਇਸ਼ਨਾਨ ਵੀ ਕਰੇ ਦਾਨ ਵੀ ਕਰੇ। ਤੇ ਇਸੇ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਕਹਿੰਦੇ ਉਦਮ ਕਰੇ ਭਲ ਕੇ ਪ੍ਰਭਾਤੀ। ਕਹਿੰਦੇ ਪ੍ਰਭਾਤ ਅੰਮ੍ਰਿਤ ਵੇਲੇ ਨੂੰ ਕਹਿੰਦੇ ਨੇ, ਕਹਿੰਦੇ ਅੰਮ੍ਰਿਤ ਵੇਲੇ ਗੁਰਸਿੱਖ ਉੱਠ ਕੇ ਉਦਮ ਕਰੇ, ਇਸ਼ਨਾਨ ਕਰੇ। ਕਹਿੰਦੇ ਫਿਰ ਉਦਮ ਕਰਕੇ ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਫਿਰ ਸਤਸੰਗ ਦੇ ਵਿੱਚ ਬੈਠ ਕੇ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਤੇ ਸਤਸੰਗ ਦੇ ਵਿੱਚ ਆ ਕੇ ਬਾਣੀ ਸੁਣੇ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕੁਰਬਾਨੀ ਕਿੰਨਾ ਗੁਰ ਸਿੱਖਾਂ, ਅੰਮ੍ਰਿਤ ਵੇਲੇ ਸਰਣਾ ਬੰਦੇ। ਕਹਿੰਦੇ ਮੈਂ ਇਹਨਾਂ ਤੋਂ ਕੁਰਬਾਨ ਜਾਂਦਾ ਹਾਂ। ਉਹਨਾਂ ਗੁਰ ਸਿੱਖਾਂ ਤੋਂ ਕੁਰਬਾਨ ਜਾਂਦਾ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ। ਕੁਰਬਾਨੀ ਕਿੰਨਾ ਗੁਰ ਸਿੱਖਾਂ, ਅੰਮ੍ਰਿਤ ਵੇਲੇ ਸਰਣਾ ਬੰਦੇ। ਕੁਰਬਾਨੀ ਕਿੰਨਾ ਗੁਰ ਸਿੱਖਾਂ, ਸਾਧ ਸੰਗਤ ਵਿੱਚ ਜਾਏ ਬਹਾਂਦੇ। ਕੁਰਬਾਨੀ ਕਿੰਨਾ ਗੁਰ ਸਿੱਖਾਂ, ਇੱਕ ਮਨ ਹੋ ਗੁਰ ਜਾਪ ਜਪੰਦੇ। ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਜਿਹੜੇ ਇਸ਼ਨਾਨ ਕਰਦੇ ਨੇ, ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਨੇ। ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ। ਇਸ ਕਰਕੇ
ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰਸਿੱਖ ਨੂੰ ਉਦਮ ਕਰਨਾ ਚਾਹੀਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਤੇ ਅੰਮ੍ਰਿਤ ਸ਼ਰਨ ਆਵੇ, ਸਤਸੰਗ ਦੇ ਵਿੱਚ ਆ ਕੇ ਇਸ਼ਨਾਨ ਕਰੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਲਿਖ ਪਾਪ ਦੋਖ ਲਹਿ ਜਾਵੇ। ਫਿਰ ਚੜਾ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਕਹਿੰਦੇ ਇਹ ਗੁਰਸਿੱਖ ਦੀ ਕਰਨੀ ਹੈ। ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਸਿਮਰਨ ਕਰਨਾ। ਕਹਿੰਦੇ ਜਿਹੜਾ ਇਹੋ ਜਿਹਾ ਗੁਰਸਿੱਖ ਹੁੰਦਾ ਨਾ, ਜਿਹਦੀ ਇਹ ਅਵਸਥਾ ਹੁੰਦੀ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਸ਼ਬਦ ਦੇ ਅਖੀਰ ਵਿੱਚ ਕਹਿੰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਕਹਿੰਦੇ ਮੈਂ ਇਹੋ ਜਿਹੇ ਗੁਰਸਿੱਖ ਦੀ ਧੂੜੀ ਮੰਗਦਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ, ਜਿਨ੍ਹਾਂ ਦਾ ਪਿੱਛੇ ਅਵਤਾਰ ਦਿਹਾੜਾ ਲੰਘ ਕੇ ਕਿੰਨੀ ਕਰਨੀ ਵਾਲੇ ਤੇ ਗੁਰਮੁਖ ਪਿਆਰਿਓ, ਆਪ ਵੀ ਗੁਰੂ, ਪੁੱਤ ਵੀ ਗੁਰੂ, ਪੋਤਾ ਵੀ ਗੁਰੂ, ਪੜੋਤਾ ਵੀ ਗੁਰੂ, ਪੜਪੋਤਾ ਵੀ ਗੁਰੂ। ਧੰਨ ਗੁਰੂ ਰਾਮਦਾਸ ਮਹਾਰਾਜ। ਸੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ, ਬਾਣੀ ਪੜ੍ਹਦਾ, ਮੈਂ ਇਹੋ ਜਿਹੇ ਗੁਰਸਿੱਖ ਦੀ ਧੂੜੀ ਮੰਗਦਾ ਵਾਂ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਜਿਹੜੇ ਆਪ ਵੀ ਜਪਦੇ ਨੇ ਤੇ ਹੋਰਾਂ ਨੂੰ ਵੀ ਜਪਾਉਂਦੇ ਨੇ। ਸੋ ਇਹੋ ਜਿਹੇ ਗੁਰਸਿੱਖ ਕਰਨੀ ਵਾਲੇ ਜਿਹੜੇ ਹੋਏ ਨੇ, ਜਿਨ੍ਹਾਂ ਨੇ ਆਪਣਾ ਜੀਵਨ ਬਣਾਇਆ, ਬੜਾ ਉੱਚਾ ਸੁੱਚਾ ਜੀਵਨ ਰੱਖਿਆ, ਬੇਅੰਤ ਇਤਿਹਾਸ ਦੇ ਵਿੱਚੋਂ ਮਿਸਾਲਾਂ ਮਿਲਦੀਆਂ। ਉਹਨਾਂ ਦੇ ਵਿੱਚੋਂ ਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੋਏ, ਜਿਨ੍ਹਾਂ ਦਾ ਅਗਲੇ ਦਿਨਾਂ ਦੇ ਵਿੱਚ ਸ਼ਹੀਦੀ ਦਿਨ ਆ ਰਿਹਾ ਹੈ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈਸਵੀ ਨੂੰ ਪਹੂਵਿੰਡ ਨਗਰ ਦੇ ਵਿੱਚ ਅੰਮ੍ਰਿਤਸਰ ਦੇ ਕੋਲ ਹੈ, ਭਾਈ ਭਗਤਾ ਜੀ ਦੇ ਘਰ ਤੇ ਮਾਤਾ ਜਿਉਣੀ ਜੀ ਦੀ ਕੁੱਖ ਤੋਂ ਹੋਇਆ ਬਾਬਾ ਦੀਪ ਸਿੰਘ ਜੀ ਦਾ ਜਨਮ। ਇਹਨਾਂ ਦੇ ਨਗਰ ਦੇ ਵਿੱਚ ਇੱਕ ਉੱਚ ਕੋਟੀ ਦੇ ਗੁਰਸਿੱਖ ਰਹਿੰਦੇ ਸਨ, ਮਹਾਨ ਵਿਦਵਾਨ ਵੀ ਸਨ। ਇਹਨਾਂ ਨੂੰ ਛੋਟੀ ਉਮਰ ਦੇ ਵਿੱਚ ਹੀ ਲਗਨ ਲੱਗੀ, ਕਿਉਂਕਿ ਇਹਨਾਂ ਦਾ ਪਰਿਵਾਰ ਭਾਈ ਭਗਤਾ ਜੀ ਵੀ ਗੁਰੂ ਘਰ ਦੇ ਸ਼ਰਧਾਲੂ ਸਨ, ਗੁਰੂ ਘਰ ਦੇ ਨਾਲ ਜੁੜੇ ਹੋਏ ਸਨ। ਲਗਨ ਲੱਗੀ, ਉਹਨਾਂ ਨੇ ਗੁਰੂ ਘਰ ਜਾਣਾ ਤੇ ਗੁਰਸਿੱਖ ਦੇ ਪਾਸੋਂ ਬਾਣੀ ਸਿੱਖਣੀ, ਬਾਣੀ ਪੜ੍ਹਨੀ ਸਿੱਖੀ ਤੇ ਸਤਸੰਗ ਕਰਨੀ। ਗੁਰਮੁਖ ਪਿਆਰਿਓ, ਜਦੋਂ ਅਸੀਂ ਸਤਸੰਗ ਕਰਦੇ ਹਾਂ, ਸਤ ਸੰਗਤ ਦੇ ਵਿੱਚੋਂ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਸਤਿਗੁਰੂ ਜੀ ਦੇ ਬਚਨ ਨੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸੰਗਤ ਦੇ ਵਿੱਚ ਰੱਬ ਵਸਦਾ ਹੈ। ਕੋਈ ਭਾਵਨਾ ਬਣਾ ਕੇ ਗੁਰੂ ਦੀ ਸੰਗਤ ਵਿੱਚ ਆ ਕੇ ਬੈਠੇ, ਭਾਵਨਾ ਬਣੀ ਹੋਵੇ ਤੇ ਗੁਰਮੁਖ ਪਿਆਰੋ, ਸਤਿਗੁਰੂ ਜੀ ਉਹਨਾਂ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਸਕਦੇ ਨੇ।
ਸਤ ਸੰਗਤ ਦੇ ਵਿੱਚ ਬੈਠ ਕੇ ਅਰਦਾਸ ਕਰੇ ਜਾਂ ਸਤ ਸੰਗਤ ਤੋਂ ਅਰਦਾਸ ਕਰਾਵੇ, ਸਤਿਗੁਰੂ ਜੀ ਮਿਹਰ ਕਰ ਦਿੰਦੇ। ਸਤ ਸੰਗਤ ਬਹੁਤ ਵੱਡੀ ਚੀਜ਼ ਹੈ। ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਤ ਸੰਗਤ ਦੇ ਨਾਲ ਮਿਲ ਜਾਂਦਾ ਹੈ ਉਹ ਤਰ ਜਾਂਦਾ ਹੈ। ਵੱਡਿਆਂ ਭਾਗਾਂ ਦੇ ਨਾਲ ਸਤ ਸੰਗਤ ਮਿਲਦੀ ਆ। ਵੱਡ ਭਾਗੀ ਸਤ ਸੰਗਤ ਪਾਵ ਹੈ, ਭਾਗਹੀਨ ਭ੍ਰਮ ਚੋਟਾਂ ਖਾਵ ਹੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਵੇ। ਆ ਕੋਈ ਚੰਗਾ ਕਰਮ ਕੀਤਾ ਸੀ ਜਿਹੜਾ ਸਤ ਸੰਗਤ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਜੁੜ ਕੇ ਬੈਠੇ। ਇਹ ਪਿਛਲਾ ਕੋਈ ਚੰਗਾ ਬੀਜਿਆ ਹੋਇਆ ਕਰਮ ਹੈ ਆਪਣਾ। ਇਸ ਕਰਕੇ ਸਤਸੰਗ ਕਰਨੀ ਜ਼ਰੂਰੀ ਹੈ। ਸਤ ਸੰਗਤ ਦੇ ਵਿੱਚੋਂ ਹੀ ਮਹਾਨ ਵਿਦਵਾਨ ਬਣਦੇ ਨੇ। ਨਾਰਦ ਮੁਨੀ ਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਈ ਸੀ ਕਿਤੋਂ। ਬਹੁਤ ਦੂਰ ਤੱਕ ਘੁੰਮਿਆ ਫਿਰਿਆ, ਬੜੇ ਥਾਵਾਂ ਤੇ ਗਿਆ, ਪਰ ਇਤਿਹਾਸ ਦੱਸਦਾ ਜਦੋਂ ਰੱਬ ਮਿਲਿਆ ਤਾਂ ਸਤ ਸੰਗਤ ਦੇ ਵਿੱਚੋਂ ਮਿਲਿਆ। ਇਸ ਕਰਕੇ ਸਤਸੰਗ ਕਰਨੀ ਬੜੀ ਜ਼ਰੂਰੀ ਹੈ। ਹੁਣ ਬਾਬਾ ਦੀਪ ਸਿੰਘ ਜੀ ਛੋਟੀ ਉਮਰ ਦੇ ਵਿੱਚ ਹੀ ਪਹਿਲਾ ਨਾਮ ਘਰਦਿਆਂ ਨੇ ਦੀਪਾ ਰੱਖਿਆ ਸੀ। ਸਤਸੰਗ ਕਰਦੇ ਰਹੇ, ਕੁਝ ਬਾਣੀ ਸਿੱਖੀ, ਗੁਰੂ ਘਰ ਦੀਆਂ ਸਾਖੀਆਂ ਸੁਣਦੇ ਸਨ। ਇਤਿਹਾਸ ਵੀ ਪੜ੍ਹਨਾ ਬੜਾ ਜ਼ਰੂਰੀ ਹੈ, ਸੁਣਨਾ ਜ਼ਰੂਰੀ ਹੈ। ਅੱਜ ਦਾ ਸਮਾਂ ਇਹੋ ਜਿਹਾ ਆ ਗਿਆ ਕਿ ਕਹਿ ਦਿੰਦੇ ਨੇ ਸਾਖੀ ਬਾਬੇ ਸੁਣਾਏ ਜਾਂਦੇ ਆ, ਸਾਖੀਆਂ ਦੀ ਕੀ ਲੋੜ ਹੈ। ਪਰ ਗੁਰਮੁਖ ਪਿਆਰਿਓ, ਸਾਖੀਆਂ ਦੀ ਵੀ ਬੜੀ ਜ਼ਰੂਰਤ ਹੈ। ਸਾਖੀ ਤੋਂ ਬਿਨਾਂ ਸਾਨੂੰ ਇਤਿਹਾਸ ਨਹੀਂ ਪਤਾ ਲੱਗੇਗਾ ਗੁਰੂ ਸਾਹਿਬ ਜੀ ਦਾ। ਹਾਂ, ਇੱਕ ਗੱਲ ਜ਼ਰੂਰ ਹੈ ਵੀ ਸਾਖੀ ਉਹ ਹੋਵੇ ਜੋ ਗੁਰਮਤਿ ਦੇ ਅਨੁਸਾਰ ਹੋਵੇ। ਪਰ ਜਿਹਦੀ ਕੋਈ ਤੁਕਬੰਦੀ ਨਹੀਂ ਬਣਦੀ ਗੁਰਮੁਖ ਪਿਆਰੇ, ਉਹੋ ਜਿਹੀਆਂ ਸਾਖੀਆਂ ਐਵੇਂ ਗੱਪ ਕਹਾਣੀਆਂ ਸੁਣਾਉਣੀਆਂ ਉਹ ਨਹੀਂ ਚਾਹੀਦੀਆਂ। ਸਾਖੀ ਦੀ ਸਿੱਖਿਆ ਨੂੰ ਅਸੀਂ ਗ੍ਰਹਿਣ ਕਰਨਾ ਹੁੰਦਾ ਵੀ ਉਹ ਸਾਖੀ ਦੇ ਵਿੱਚੋਂ ਸਾਨੂੰ ਮੈਸੇਜ ਕੀ ਮਿਲਦਾ, ਸਿੱਖਿਆ ਕੀ ਮਿਲਦੀ ਜਿਹੜੀ ਸਾਖੀ ਸੁਣਾਉਂਦੇ। ਸਾਖੀ ਦੀ ਸਿੱਖਿਆ ਨੂੰ ਸਮਝਣਾ ਬੜਾ ਜ਼ਰੂਰੀ ਹੈ। ਹੁਣ ਜੇ ਅਸੀਂ ਇਤਿਹਾਸ ਨਾ ਪੜਾਂਗੇ, ਨਾ ਸੁਣਾਵਾਂਗੇ ਤੇ ਸਾਨੂੰ ਕਿਵੇਂ ਪਤਾ ਲੱਗੇਗਾ। ਹੁਣ ਮੈਂ ਤੁਹਾਨੂੰ ਦੱਸਿਆ ਵੀ ਬਾਬਾ ਦੀਪ ਸਿੰਘ ਜੀ ਦਾ ਜਨਮ ਪਹੂ ਪਿੰਡ ਦੇ ਵਿੱਚ ਹੋਇਆ, 1682 ਦੇ ਵਿੱਚ ਹੋਇਆ। ਉਹਨਾਂ ਦੇ ਮਾਤਾ ਦਾ ਨਾਮ ਜਿਉਣੀ ਆ ਤੇ ਪਿਤਾ ਦਾ ਨਾਮ ਭਗਤਾ ਹੈ। ਇੱਥੇ ਜੇ ਅਸੀਂ ਇਹ ਸਾਖੀ ਪੜ੍ਹੀ ਆ ਤੇ ਤਾਂ ਇਸੇ ਕਰਕੇ ਤੁਹਾਨੂੰ ਸੁਣਾਈ ਹੈ ਤੇ ਫਿਰ ਹੀ ਤੁਹਾਨੂੰ ਪਤਾ ਲੱਗੇਗਾ। ਨਹੀਂ ਆਪਾਂ ਬਾਬਾ ਦੀਪ ਸਿੰਘ ਜੀ ਦਾ ਨਾਮ ਤਾਂ ਸੁਣਦੇ ਹੀ ਆ, ਪਰ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਤਾਂ ਕਿਸੇ ਕਿਸੇ ਨੂੰ ਤੁਹਾਨੂੰ ਪਤਾ ਹੋਵੇਗਾ, ਤਕਰੀਬਨ ਸਾਰਿਆਂ ਨੂੰ ਨਹੀਂ ਪਤਾ ਹੁੰਦਾ। ਇਸ ਕਰਕੇ ਇਤਿਹਾਸ ਪੜ੍ਹਨਾ ਵੀ ਬੜਾ ਜ਼ਰੂਰੀ ਹੈ। ਇਤਿਹਾਸ ਨਹੀਂ ਪੜਾਂਗੇ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਗ੍ਰੰਥ ਸਾਹਿਬ ਕਿੱਥੇ ਲਿਖਿਆ, ਕਿਹਨੇ ਲਿਖਿਆ, ਕੀ ਦੱਸਾਂਗੇ ਅਸੀਂ। ਇਸ ਕਰਕੇ ਗੁਰੂ ਦਾ ਇਤਿਹਾਸ, ਗੁਰਸਿੱਖਾਂ ਦਾ ਇਤਿਹਾਸ, ਗੁਰਸਿੱਖਾਂ ਦੀਆਂ ਕਰਨੀਆਂ ਇਹ ਬੜੀਆਂ ਜ਼ਰੂਰੀ ਨੇ ਪੜ੍ਹਨੀਆਂ। ਬਾਣੀਆਂ, ਕਹਾਣੀਆਂ ਪੁੱਤ ਸੁਪੁੱਤ ਕਰੇ ਤੇ ਗੁਰਮੁਖ ਪਿਆਰਿਓ ਗੁਰੂ ਬਾਬੇ ਦੀਆਂ ਕਹਾਣੀਆਂ ਕਰਨੀਆਂ ਜ਼ਰੂਰੀ ਨੇ। ਇਸ ਕਰਕੇ ਬਾਬਾ ਦੀਪ ਸਿੰਘ ਜੀ ਛੋਟੀ ਉਮਰ ਦੇ ਵਿੱਚ ਹੀ ਵਿਦਿਆ ਪੜ੍ਹਦੇ ਸਨ। ਮਾਤਾ ਪਿਤਾ ਦੇ ਨਾਲ ਅਨੰਦਪੁਰ ਸਾਹਿਬ ਗਏ। ਅਨੰਦਪੁਰ ਸਾਹਿਬ ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹਸਤ ਕਮਲਾਂ ਦੇ ਵਿੱਚੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਸਤਿਗੁਰਾਂ ਨੇ ਨਾਮ ਦੀਪ ਸਿੰਘ ਰੱਖ ਦਿੱਤਾ। ਮਾਤਾ ਪਿਤਾ ਨੇ ਨਾਮ ਅੰਮ੍ਰਿਤ ਛਕਿਆ। ਪਿਤਾ ਦਾ ਨਾਮ ਭਗਤਾ ਸਿੰਘ ਰੱਖਿਆ, ਮਾਤਾ ਦਾ ਨਾਮ ਜਿਉਣੀ ਕੌਰ, ਤੇ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ। ਸਤਿਗੁਰਾਂ ਤੋਂ ਆਗਿਆ ਪਾ ਕੇ ਪਰਿਵਾਰ ਵਾਪਸ ਆਪਣੇ ਨਗਰ ਆਇਆ ਤੇ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਦੇ ਵਿੱਚ ਰਹੇ।
ਕੁਝ ਸਮਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਰਹਿ ਕੇ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ, ਸ਼ਾਸਤਰ ਵਿਦਿਆ ਦਾ ਅਭਿਆਸ ਕੀਤਾ, ਘੋੜ ਸਵਾਰੀ ਸਿੱਖੀ, ਨੇਜਾਬਾਜ਼ੀ ਸਿੱਖੀ ਤੇ ਸਿਖਲਾਈ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਰਹਿ ਕੇ ਅਨੰਦਪੁਰ ਸਾਹਿਬ ਦੇ ਬਹੁਤ ਸਮਾਂ ਬਾਬਾ ਦੀਪ ਸਿੰਘ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਇਤਿਹਾਸ ਇਹ ਦੱਸਦਾ ਜਦੋਂ ਵਿਛੋੜਾ ਪਿਆ ਸਰਸਾ ਨਦੀ ਤੇ ਉਸ ਸਮੇਂ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਮਤਾਬਾ ਦੇ ਨਾਲ ਦਿੱਲੀ ਵੱਲ ਚਲੇ ਗਏ ਸਨ। ਇਧਰ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਚਮਕੌਰ ਸਾਹਿਬ ਗਏ। ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਜੰਗਾਂ ਹੋਈਆਂ। ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਵਾਪਸ ਆਪਣੇ ਨਗਰ ਆ ਗਏ ਸਨ। ਆਪਣੇ ਨਗਰ ਦੇ ਵਿੱਚ ਆ ਕੇ ਬੜਾ ਭਾਰੀ ਸਿੱਖੀ ਦਾ ਪ੍ਰਚਾਰ ਕੀਤਾ। ਬੱਚਿਆਂ ਨੂੰ, ਸਿੰਘਾਂ ਨੂੰ ਸੰਥਿਆ ਕਰਵਾਉਣੀ, ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਣਾ, ਗੁਰ ਇਤਿਹਾਸ ਦੀਆਂ ਸਾਖੀਆਂ ਸੁਣਾਉਣੀਆਂ, ਗੁਰ ਇਤਿਹਾਸ ਤੋਂ ਜਾਣੂ ਕਰਵਾਉਣਾ। ਬਾਬਾ ਦੀਪ ਸਿੰਘ ਜੀ ਉੱਥੇ ਵਿਦਿਆ ਪੜ੍ਹਾਉਂਦੇ ਰਹੇ। ਸਮਾਂ ਆਇਆ ਕਿ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ। ਇਸ ਜਗ੍ਹਾ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣਾ ਕੀਤਾ, ਕਿਉਂਕਿ ਪਹਿਲਾਂ ਸਿੰਘਾਂ ਦੇ ਨਾਲ ਜੋ ਬਚਨ ਕੀਤਾ ਸੀ ਵੀ ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋਵਾਂਗੇ ਫਿਰ ਤੁਹਾਨੂੰ ਗੁਰਬਾਣੀ ਦੇ ਅਰਥ ਪੜ੍ਹਾਵਾਂਗੇ। ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਰੂਪ ਲਿਖਣ ਦੀ ਤਿਆਰੀ ਕੀਤੀ। ਇਤਿਹਾਸ ਇਹ ਦੱਸਦਾ ਵੀ ਬਾਬਾ ਦੀਪ ਸਿੰਘ ਜੀ ਨੂੰ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਪ ਸੱਦਾ ਭੇਜ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਬੁਲਾਇਆ। ਬਾਬਾ ਦੀਪ ਸਿੰਘ ਜੀ ਆਏ ਤੇ ਉਸ ਸਮੇਂ ਗੁਰਮੁਖ ਪਿਆਰਿਓ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ। ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ ਸਨ, ਭਾਵ ਕਿ ਸਿਆਹੀ ਤਿਆਰ ਕਰਨੀ, ਕਲਮਾਂ ਤਿਆਰ ਕਰਨੀਆਂ ਇਹ ਬਾਬਾ ਦੀਪ ਸਿੰਘ ਜੀ ਦਾ ਕੰਮ ਸੀ। ਭਾਈ ਮਨੀ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਦੇ ਸੀ। ਕਲਗੀਧਰ ਪਾਤਸ਼ਾਹ ਆਪਣੇ ਕੰਠ ਤੋਂ ਉਚਾਰਨ ਕਰਦੇ ਸਨ। ਰੋਜ਼ਾਨਾ ਕਲਗੀਧਰ ਪਾਤਸ਼ਾਹ ਜੀ ਜਿੰਨੀ ਬਾਣੀ ਉਚਾਰਨ ਕਰਦੇ ਸੀ, ਸ਼ਾਮ ਨੂੰ ਉਨੀ ਹੀ ਬਾਣੀ ਦੇ ਅਰਥ ਪੜ੍ਹਾਉਂਦੇ ਸਨ। ਤੇ 9 ਮਹੀਨੇ 9 ਦਿਨਾਂ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ ਸੀ ਦਮਦਮਾ ਸਾਹਿਬ। ਜਿਹੜੀ ਇਹ ਬੀੜ ਪ੍ਰਕਾਸ਼ ਆ ਗੁਰੂ ਗ੍ਰੰਥ ਸਾਹਿਬ ਜੀ, ਇਸ ਸਰੂਪ ਦੇ ਉੱਪਰ ਪਹਿਲੇ ਪੰਨੇ ਦੇ ਉੱਪਰ ਲਿਖਿਆ ਹੁੰਦਾ ਦਮਦਮੀ ਬੀੜ। ਜਿਹੜਾ ਸਰੂਪ ਦਮਦਮਾ ਸਾਹਿਬ ਗੁਰੂ ਸਾਹਿਬ ਜੀ ਨੇ ਲਿਖਾਇਆ ਸੀ ਭਾਈ ਮਨੀ ਸਿੰਘ ਜੀ ਤੋਂ, ਉਹੀ ਸਰੂਪ ਦਾ ਉਤਾਰਾ ਕੀਤਾ ਹੋਇਆ ਇਹ ਸਰੂਪ। ਇਸ ਦੇ ਵਿੱਚ ਰਾਗਮਾਲਾ ਹੈ ਤੇ ਇਸ ਕਰਕੇ ਉਹਨੂੰ ਦਮਦਮੀ ਬੀੜ ਕਿਹਾ ਜਾਂਦਾ। ਉੱਥੋਂ ਹੀ ਦਮਦਮੀ ਟਕਸਾਲ ਜਿਹੜੀ ਅੱਜ ਤੱਕ ਚੱਲੀ ਆ ਰਹੀ ਹੈ, ਦਮਦਮਾ ਸਾਹਿਬ ਤੋਂ ਹੀ ਚੱਲੀ ਹੈ। ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਅਰਥ ਪੜ੍ਹਾਏ, ਗੁਰਬਾਣੀ ਦਾ ਪਾਠ ਪੜ੍ਹਾਇਆ, ਉਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਜੀ ਨੇ ਪੜ੍ਹੇ ਅਰਥ। ਗਾਹਾਂ ਬਾਬਾ ਗੁਰਬਖਸ਼ ਸਿੰਘ ਜੀ ਜਿਵੇਂ ਜਿਵੇਂ ਉਹ ਸੀਨਾ ਬਸੀਨਾ ਟਕਸਾਲ ਅੱਜ ਤੱਕ ਚੱਲੀ ਆਉਂਦੀ ਹੈ, ਉਸ ਟਕਸਾਲ ਦੇ ਵਿੱਚ ਅੱਜ ਵੀ ਅਰਥ ਉਸੇ ਤਰ੍ਹਾਂ ਹੀ ਪੜ੍ਹਾਏ ਜਾਂਦੇ ਨੇ ਤੇ ਉਸੇ ਤਰ੍ਹਾਂ ਹੀ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ ਜੋ ਕਲਗੀਧਰ ਪਾਤਸ਼ਾਹ ਜੀ ਨੇ ਚਲਾਈ ਸੀ ਮਰਿਆਦਾ। ਤੇ ਇਸ ਕਰਕੇ ਗੁਰਮੁਖ ਪਿਆਰੋ ਕਲਗੀਧਰ ਪਾਤਸ਼ਾਹ ਜੀ ਨੇ ਉੱਥੇ ਸਰੂਪ ਤਿਆਰ ਕੀਤਾ। ਉੱਥੇ ਲਿਖਣਸਰ ਗੁਰਦੁਆਰਾ ਸਾਹਿਬ ਅੱਜ ਬਣਿਆ ਹੋਇਆ, ਜਿੱਥੇ ਬੈਠ ਕੇ ਸਰੂਪ ਲਿਖਿਆ ਸੀ। ਬੱਚੀ ਕਲਮ ਸਿਆਹੀਆਂ ਉਸ ਸਰੋਵਰ ਦੇ ਵਿੱਚ ਪਾਈਆਂ ਗਈਆਂ ਸਨ। ਉਸ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਹਜ਼ੂਰ ਸਾਹਿਬ ਵੱਲ ਚਲੇ ਗਏ ਤੇ ਬਾਬਾ ਦੀਪ ਸਿੰਘ ਜੀ ਵੀ ਨਾਲ ਗਏ ਹਜ਼ੂਰ ਸਾਹਿਬ ਤੱਕ। ਹਜ਼ੂਰ ਸਾਹਿਬ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਸੱਚਖੰਡ ਨੂੰ ਜਾਣ ਲੱਗੇ, ਉਸ ਸਮੇਂ ਕਲਗੀਧਰ ਮਹਾਰਾਜ ਜੀ ਨੇ 5 ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਬਿਆ ਖੜਾਇਆ। ਉਹਨਾਂ ਦੇ ਵਿੱਚੋਂ ਭਾਈ ਮਨੀ ਸਿੰਘ ਜੀ
ਚੌਰ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਉੱਪਰ। ਬਾਬਾ ਦੀਪ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਧਰਮ ਸਿੰਘ ਜੀ, ਇਹ ਪੰਜ ਪਿਆਰੇ ਸਿੰਘ ਉਸ ਸਮੇਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਨ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਉਸ ਸਮੇਂ ਬਾਬਾ ਦੀਪ ਸਿੰਘ ਜੀ ਹਾਜ਼ਰ ਸੀ। ਇਤਿਹਾਸ ਇਹ ਦੱਸਦਾ ਕਿ ਜਿਹੜਾ ਇਤਿਹਾਸ ਮੈਂ ਸੁਣਾ ਰਿਹਾ, ਸਿੰਘ ਸਾਹਿਬ ਗਿਆਨੀ ਮਨ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਰਹੇ। ਉਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਵੀ ਰਹੇ। ਉਹਨਾਂ ਨੇ ਸ੍ਰੀ ਮੁਖਵਾਕ ਪ੍ਰਕਾਸ਼ ਤੇ 10 ਗੁਰ ਜੋਤ ਦੇ ਇਤਿਹਾਸ ਦੇ ਅੰਦਰ ਇਹ ਸਭ ਕੁਝ ਲਿਖਿਆ ਹੋਇਆ ਹੈ। ਤੇ ਗੁਰਮੁਖ ਪਿਆਰੇ ਉਸ ਸਮੇਂ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸੱਚਖੰਡ ਚਲੇ ਗਏ। ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਨੇ 2 ਜੰਗਾਂ ਲੜੀਆਂ। ਉਹਨਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਦਦ ਕਰਦੇ ਰਹੇ। ਉਸ ਤੋਂ ਬਾਅਦ ਕੁਝ ਬਖਰੇਵਾਂ ਹੋ ਗਿਆ ਤੇ ਬਾਬਾ ਦੀਪ ਸਿੰਘ ਜੀ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਵਾਪਸ ਆ ਗਏ ਸਨ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬੰਦਈ ਖਾਲਸਾ ਚੱਲਿਆ ਤੇ ਇੱਕ ਤੱਤ ਖਾਲਸਾ, ਇਹ 2 ਬਣ ਗਏ ਸਨ। ਇਹਨਾਂ ਦਾ ਵੀ ਆਪਸ ਵਿੱਚ ਝਗੜਾ ਹੋ ਗਿਆ ਸੀ। ਉਹ ਜਦੋਂ ਕੋਈ ਵੀ ਫੈਸਲਾ ਨਾ ਹੋਣਾ ਦਿਸਿਆ ਤੇ ਭਾਈ ਮਨੀ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਫੈਸਲਾ ਕਰੋ। ਕੋਈ ਜਦੋਂ ਫੈਸਲਾ ਨਾ ਹੋਇਆ ਤੇ ਫਿਰ ਫੈਸਲਾ ਕੀ ਹੋਇਆ, 2 ਪਰਚੀਆਂ ਲਈਆਂ ਗਈਆਂ। ਇੱਕ ਪਰਚੀ ਦੇ ਉੱਪਰ ਲਿਖਿਆ ਤੱਤ ਖਾਲਸਾ ਤੇ ਇੱਕ ਪਰਚੀ ਦੇ ਉੱਪਰ ਲਿਖਿਆ ਸੀ ਬੰਦਈ ਖਾਲਸਾ। ਇਹ 2 ਵਾਹਿਗੁਰੂ, ਇੱਕ ਪਰਚੀ ਦੇ ਉੱਪਰ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਪਰਚੀ ਦੇ ਉੱਪਰ ਲਿਖਿਆ ਸੀ ਫਤਿਹ ਦਰਸ਼ਨ। ਉਹ ਜਦੋਂ ਬੰਦਈ ਖਾਲਸਾ ਸੀ ਜਿਹੜਾ, ਉਹ ਜਦੋਂ ਆਪਸ ਵਿੱਚ ਮਿਲਦੇ ਸਨ ਤੇ ਉਹ ਇੱਕ ਦੂਜੇ ਨੂੰ ਕਹਿੰਦੇ ਸਨ ਫਤਿਹ ਦਰਸ਼ਨ। ਜਿਹੜੇ ਤੱਤ ਖਾਲਸਾ ਸੀ ਇਹ ਕਹਿੰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਰਚੀਆਂ ਦੋਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਆ ਜਿਹੜਾ, ਉੱਥੇ ਦੁੱਖ ਭੰਜਨੀ ਬੇਰੀ ਆ ਜਿਹਨੂੰ ਆਪਾਂ ਹਰ ਕੀ ਪੌੜੀ ਕਹਿੰਦੇ ਆ, ਉਸ ਸਰੋਵਰ ਦੇ ਵਿੱਚ ਇਹ ਦੋਵੇਂ ਪਰਚੀਆਂ ਛੱਡੀਆਂ ਗਈਆਂ। ਥੋੜੇ ਸਮੇਂ ਦੇ ਬਾਅਦ ਹੀ ਉਹ ਦੋਵੇਂ ਹੀ ਪਰਚੀਆਂ ਡੁੱਬ ਗਈਆਂ। ਡੁੱਬਣ ਤੋਂ ਬਾਅਦ ਫਿਰ ਇੱਕ ਪਰਚੀ ਉੱਪਰ ਆਈ, ਉਹਦੇ ਉੱਪਰ ਲਿਖਿਆ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਫਿਰ ਉਸ ਸਮੇਂ ਬੰਦਈ ਖਾਲਸਾ ਨੇ ਆਪਣੇ ਆਪ ਦੀ ਹਾਰ ਮੰਨੀ ਤੇ ਤੱਤ ਖਾਲਸਾ ਗੁਰਮੁਖ ਪਿਆਰੋ ਫਿਰ ਚੜ੍ਹਦੀ ਕਲਾਂ ਦੇ ਵਿੱਚ ਰਿਹਾ। ਇਹ ਫੈਸਲਾ ਉਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਤੇ ਕੀਤਾ। ਐਵੇਂ ਨਹੀਂ ਦੁਨੀਆ ਗੁਰਮੁਖ ਪਿਆਰੋ ਉਸ ਸਥਾਨ ਨੂੰ ਝੁਕਦੀ ਹੈ। ਅੱਜ ਵੀ ਉੱਥੇ ਕਰਾਮਾਤਾਂ ਬਖਸ਼ਾਂ ਹੁੰਦੀਆਂ ਨੇ ਜੇ ਸਾਡੀ ਭਾਵਨਾ ਹੋਵੇ। ਫਿਰ ਇੱਧਰ ਬਾਬਾ ਦੀਪ ਸਿੰਘ ਜੀ ਜਿਹੜੇ ਸਨ ਉਹ ਦਮਦਮਾ ਸਾਹਿਬ ਦੀ ਧਰਤੀ ਤੇ ਰਹਿੰਦੇ ਸਨ। ਉੱਥੇ ਖੂਹ ਬਾਬਾ ਦੀਪ ਸਿੰਘ ਜੀ ਨੇ ਲਵਾਇਆ। ਅੱਜ ਵੀ ਉਹ ਖੂਹ ਹੈ, ਕਿਤੇ ਦਰਸ਼ਨ ਕਰਿਓ। ਜਿੱਥੇ ਤਖਤ ਸਾਹਿਬ ਉਹਦੇ ਥੱਲੇ ਨੀਵੇਂ ਥਾਂ ਦੇ ਉੱਪਰ ਖੂਹ ਬਣਿਆ ਹੋਇਆ, ਉਹ ਬਾਬਾ ਦੀਪ ਸਿੰਘ ਜੀ ਨੇ ਲਵਾਇਆ ਸੀ। ਬਾਬਾ ਦੀਪ ਸਿੰਘ ਜੀ ਦਾ ਭੋਰਾ ਸਾਹਿਬ ਅੱਜ ਵੀ ਉੱਥੇ ਮੌਜੂਦ ਹੈ, ਜਿੱਥੇ ਬੈਠ ਕੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਦੇ ਸਨ। 4 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀਂ ਲਿਖੇ ਤੇ 4 ਤਖਤਾਂ ਦੇ ਉੱਪਰ ਬਾਬਾ ਦੀਪ ਸਿੰਘ ਜੀ ਨੇ ਸਰੂਪ ਭੇਜੇ। ਤੇ ਗੁਰਮੁਖ ਪਿਆਰਿਓ, ਕਾਫੀ ਸਮਾਂ ਬਾਬਾ ਦੀਪ ਸਿੰਘ ਜੀ ਉੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਸਿੱਖੀ ਦਾ ਪ੍ਰਚਾਰ ਕੀਤਾ, ਗੁਰੂ ਘਰਾਂ ਦੀ ਸੇਵਾ ਸੰਭਾਲ ਕਰਦੇ ਰਹੇ। ਇਧਰ ਸਮਾਂ ਆ ਗਿਆ ਜਹਾਨ ਖਾਨ ਦਾ। ਜਹਾਨ ਖਾਨ ਜਿਹੜਾ ਸੀ ਉਹ ਸਿੱਖਾਂ ਨੂੰ ਖਤਮ ਕਰਨ ਤੇ ਲੱਗਿਆ ਵੀ ਮੈਂ ਸਿੱਖ ਖਤਮ ਕਰ ਦਿੰਦਾ, ਪਰ ਸਿੱਖ ਤੋਂ ਖਤਮ ਨਾ ਹੁੰਦੇ ਦਿਸੇ। ਉਹਨੇ ਪੁੱਛਿਆ ਵੀ ਇਹ ਸਿੱਖ ਖਤਮ ਕਿਉਂ ਨਹੀਂ ਹੋ ਰਹੇ। ਉਹਨੂੰ ਦੱਸਿਆ ਕਿਸੇ ਨੇ ਵੀ ਸਿੱਖ ਇਸ ਕਰਕੇ ਨਹੀਂ ਖਤਮ ਹੋ ਰਹੇ, ਇਹਨਾਂ ਦੀ ਜਿਹੜਾ ਕੇਂਦਰੀ ਸਥਾਨ ਅੰਮ੍ਰਿਤਸਰ ਹਰਿਮੰਦਰ ਸਾਹਿਬ, ਇਹ ਉੱਥੇ ਇਸ਼ਨਾਨ ਕਰਦੇ ਆ ਤੇ ਇਸ਼ਨਾਨ ਕਰਕੇ ਫਿਰ ਕਾਇਮ ਹੋ ਜਾਂਦੇ ਨੇ। ਗੁਰਮੁਖ ਪਿਆਰਿਓ, ਇਸੇ ਕਰਕੇ ਜਿਹੜੇ ਸਿੱਖ ਸੀ, ਅੱਜ ਤਾਂ ਅਸੀਂ ਆਪਾਂ
ਪ੍ਰਦੇਸ਼ਾਂ 'ਚ ਬੈਠੇ ਵੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਆ, ਇੰਟਰਨੈਟ ਦੇ ਮਾਧਿਅਮ ਰਾਹੀਂ ਕਰਦੇ ਆ, ਜਾਂ ਆਪਾਂ ਉੱਥੇ ਜਾ ਕੇ ਵੀ ਦਰਸ਼ਨ ਕਰ ਲੈਂਦੇ ਹਾਂ। ਪਰ ਅੱਗੇ ਕਈ ਸਾਲ ਲੰਘ ਜਾਂਦੇ ਸੀ, ਗੁਰਸਿੱਖ ਨੂੰ ਇਸ਼ਨਾਨ ਹਰਿਮੰਦਰ ਸਾਹਿਬ ਦਾ ਨਹੀਂ ਹੁੰਦਾ ਸੀ। ਉਹਨਾਂ ਸ਼ਬਦਾਂ ਨੂੰ ਇਸੇ ਕਰਕੇ ਹੀ ਅਰਦਾਸ ਦੇ ਵਿੱਚ ਸ਼ਾਮਲ ਕੀਤਾ ਸੀ। ਆਪਾਂ ਹੁਣ ਵੀ ਅਰਦਾਸ ਕਰਦੇ ਹਾਂ ਨਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸਨਾਨ। ਇਸ ਕਰਕੇ ਦਰਜ ਕੀਤਾ ਸੀ ਗੁਰਸਿੱਖਾਂ ਨੇ ਅਰਦਾਸ ਦੇ ਵਿੱਚ ਵੀ ਇਹ ਇੱਕ ਵੱਡਾ ਦਾਨ ਹੈ ਸਤਿਗੁਰੂ ਜੀ, ਸਾਨੂੰ ਹਰਿਮੰਦਰ ਸਾਹਿਬ ਦੇ ਅੰਮ੍ਰਿਤਸਰ ਦੇ ਦਰਸ਼ਨ ਹੋ ਜਾਣ। ਤੇ ਉਹ ਜਿਹੜਾ ਜਹਾਨ ਖਾਨ ਸੀ, ਉਹਨੇ ਸਾਧ ਸੰਗਤ ਜੀ ਅੰਮ੍ਰਿਤਸਰ ਜਿਹੜਾ ਸਰੋਵਰ ਹੈ ਹਰਿਮੰਦਰ ਸਾਹਿਬ ਦਾ, ਉਹਨੂੰ ਮਿੱਟੀ ਦੇ ਨਾਲ ਭਰ ਦਿੱਤਾ ਸੀ, ਪੂਰ ਦਿੱਤਾ ਸੀ। ਸਾਰੇ ਸਰੋਵਰ ਦੇ ਵਿੱਚ ਮਿੱਟੀ ਪਾ ਦਿੱਤੀ ਸੀ ਵੀ ਇੱਥੇ ਕੋਈ ਸਿੱਖ ਇਸ਼ਨਾਨ ਨਾ ਕਰ ਸਕੇ। ਤੇ ਇੱਥੋਂ ਇੱਕ ਗੁਰੂ ਦਾ ਸਿੱਖ ਗਿਆ ਤੇ ਉਹਨੇ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਜਾ ਕੇ ਦੱਸਿਆ ਕਿ ਬਾਬਾ ਜੀ, ਜਹਾਨ ਖਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਪੂਰ ਦਿੱਤਾ। ਤੇ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਕਹਿੰਦੇ ਤੂੰ ਆਇਆ, ਤੂੰ ਸ਼ਹੀਦ ਕਿਉਂ ਨਾ ਹੋ ਗਿਆ ਵੀ ਤੂੰ ਸਾਨੂੰ ਦੱਸਣ ਆਇਆ? ਕਹਿਣ ਲੱਗੇ ਬਾਬਾ ਜੀ, ਸ਼ਹੀਦ ਉਹਨਾਂ ਨੇ ਮੈਨੂੰ ਕਰ ਦੇਣਾ ਸੀ, ਪਰ ਤੁਹਾਨੂੰ ਖਬਰ ਕਿਹਨੇ ਦੇਣੀ ਸੀ ਫਿਰ? ਤੇ ਉਸ ਸਮੇਂ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਜਦੋਂ ਇਹ ਗੱਲ ਦੱਸੀ ਵੀ ਸਰੋਵਰ ਪੂਰ ਦਿੱਤਾ, ਬਾਬਾ ਦੀਪ ਸਿੰਘ ਜੀ ਨੇ ਉੱਥੋਂ ਕਮਰ ਕੱਸਾ ਕੀਤਾ ਤੇ ਸਿੰਘਾਂ ਨੂੰ ਆਵਾਜ਼ਾਂ ਦਿੱਤੀਆਂ ਤੇ ਕੁਝ ਸਿੰਘ ਇਕੱਠੇ ਕਰਦੇ ਹੋਏ ਲੈ ਕੇ ਆਏ। ਤਕਰੀਬਨ ਇਤਿਹਾਸ ਦੱਸਦਾ ਵੀ 500-700 ਸਿੰਘ ਇਕੱਠਾ ਹੋ ਗਿਆ ਤੇ ਇਕੱਠਾ ਹੋਇਆ ਸਿੰਘ ਤੇ ਤਰਨਤਾਰਨ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਜਦੋਂ ਤਰਨਤਾਰਨ ਸਾਹਿਬ ਦੀ ਧਰਤੀ ਤੇ ਪਹੁੰਚੇ, ਉੱਥੇ ਆ ਕੇ ਬਾਬਾ ਦੀਪ ਸਿੰਘ ਜੀ ਨੇ ਸਿੰਘਾਂ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਤਰਨਤਾਰਨ ਸਾਹਿਬ ਅਰਦਾਸ ਬੇਨਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਕੀਤੀ ਵੀ ਸੱਚੇ ਪਾਤਸ਼ਾਹ, ਅਸੀਂ ਉਹਨਾਂ ਚਿਰ ਸ਼ਹੀਦੀ, ਉਹਨਾਂ ਚਿਰ ਲੜਾਂਗੇ ਜਿੰਨਾ ਚਿਰ ਅਸੀਂ ਉਹਨਾਂ ਤੋਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲਿਆ। ਤੇ ਗੁਰਮੁਖ ਪਿਆਰੇ, ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਬੇਨਤੀ ਕਰਕੇ, ਉੱਥੋਂ ਅਰਦਾਸਾਂ ਕਰਕੇ ਤੇ ਨਾਲ ਸਿੰਘਾਂ ਨੂੰ ਲੈ ਕੇ ਚਾਲੇ ਪਾਏ। ਤੇ ਇਤਿਹਾਸ ਦੱਸਦਾ ਵੀ ਉਧਰੋਂ ਜਹਾਨ ਖਾਨ ਦੀਆਂ ਫੌਜਾਂ ਆ ਗਈਆਂ ਨੇ। ਗੋਹਲਵਾੜੇ ਚੱਪੇ ਦੇ ਮੈਦਾਨ ਦੇ ਵਿੱਚ ਗੁਰਮੁਖ ਪਿਆਰਿਓ ਜਦੋਂ ਪਹੁੰਚਣ ਲੱਗੇ ਤੇ ਦੇਖਿਆ ਵੀ ਉਧਰੋਂ ਵੀ ਫੌਜਾਂ ਆ ਗਈਆਂ ਨੇ। ਤੇ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਉਸ ਸਮੇਂ ਫਿਰ ਖੰਡੇ ਦੇ ਨਾਲ ਲਕੀਰ ਖਿੱਚ ਦਿੱਤੀ ਸੀ ਵੀ ਭਾਈ, ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਹ ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਨੇ, ਚਲੇ ਜਾਣ, ਤੇ ਜਿਨ੍ਹਾਂ ਨੂੰ ਮੌਤ ਪਿਆਰੀ ਹੈ, ਧਰਮ ਦੀ ਖਾਤਰ ਲੜ ਕੇ ਮਰਨਾ ਹੈ, ਉਹ ਇਸ ਲਕੀਰ ਤੋਂ ਟੱਪ ਕੇ ਅੱਗੇ ਆ ਜਾਣ। ਤੇ ਬੇਅੰਤ ਸਿੰਘ ਸਨ ਜਿਹੜੇ ਗੁਰਮੁਖ ਪਿਆਰੇ, ਉਸ ਸਮੇਂ ਲਕੀਰ ਟੱਪ ਕੇ ਬਾਬਾ ਦੀਪ ਸਿੰਘ ਜੀ ਦੇ ਵੱਲ ਪਾਸੇ ਚਲੇ ਗਏ। ਸਾਰੇ ਸਿੰਘ ਤਕਰੀਬਨ 500-700 ਸਿੰਘ ਤੇ ਗੁਰਮੁਖ ਪਿਆਰਿਓ ਇਹਨਾਂ ਪਿਆਰ ਸਿੱਖ ਧਰਮ ਨੂੰ ਕਰਦੇ ਸਨ। ਕਮਰ ਕੱਸੇ ਕੀਤੇ। ਫਿਰ ਗੋਹਲਵਾੜੇ ਚੱਪੇ ਦੇ ਮੈਦਾਨ ਦੇ ਵਿੱਚ ਬੜਾ ਭਾਰੀ ਜੰਗ ਹੋਇਆ ਤੇ ਗੁਰਮੁਖ ਪਿਆਰਿਓ ਦੱਸਦੇ ਨੇ ਇਤਿਹਾਸ, ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਬਾਬਾ ਨੌਧ ਸਿੰਘ ਜੀ ਸ਼ਹੀਦ। ਜਦੋਂ ਆਪਾਂ ਜਾਂਦੇ ਨਾ ਤਰਨਤਾਰਨ ਤੋਂ ਅੰਮ੍ਰਿਤਸਰ ਸਾਹਿਬ ਨੂੰ, ਰਸਤੇ ਦੇ ਵਿੱਚ ਇੱਕ ਬਾਬਾ ਨੌਧ ਜੀ ਦੀ ਜਗ੍ਹਾ ਆਉਂਦੀ ਹੈ। ਉੱਥੇ ਤਕਰੀਬਨ ਹਰ ਇੱਕ ਗੱਡੀ ਰੁਕਦੀ ਹੈ, ਬੱਸ ਵੀ ਰੁਕਦੀ ਹੈ। ਕਈ ਬੱਸ ਦੇ ਵਿੱਚੋਂ ਹੀ ਪੈਸੇ ਉੱਥੇ ਸੜਕ ਦੇ ਉੱਪਰ ਮੱਥਾ ਟੇਕਦੇ ਨੇ, ਤੁਰੀ ਜਾਂਦੀ ਗੱਡੀ। ਕਈ ਬੜੀ ਸ਼ਰਧਾ ਦੇ ਨਾਲ ਗੱਡੀ ਰੋਕ ਕੇ ਵੀ ਨਮਸਕਾਰ ਕਰਦੇ। ਕਦੇ ਜਾਵੋ ਤਾਂ ਉਹ ਬਾਬਾ ਨੌਧ ਜੀ ਦੀ ਜਗ੍ਹਾ ਤੇ ਦਰਸ਼ਨ ਕਰਕੇ ਨਮਸਕਾਰ ਕਰਕੇ ਅੰਮ੍ਰਿਤਸਰ ਸਾਹਿਬ ਅੱਗੇ ਜਾਣਾ ਚਾਹੀਦਾ ਹੈ। ਤੇ ਗੁਰਮੁਖ ਪਿਆਰਿਓ, ਉਹ ਬਾਬਾ ਨੌਧ ਜੀ ਦੀ ਜਗ੍ਹਾ ਰਸਤੇ ਦੇ ਵਿੱਚ ਹੀ ਹੁੰਦੀ ਹੈ। ਉੱਥੇ ਬਾਬਾ ਨੌਧ ਜੀ ਸ਼ਹੀਦ ਹੋਏ ਸਨ ਤੇ ਜੰਗ ਹੋਇਆ। ਬਾਬਾ ਨੌਧ ਜੀ ਵੀ ਬਿਨਾਂ ਸੀਸ ਤੋਂ ਲੜੇ ਸਨ ਜੰਗ ਦੇ ਮੈਦਾਨ ਦੇ ਵਿੱਚ। ਇਕੱਲੇ ਬਾਬਾ ਦੀਪ ਸਿੰਘ ਜੀ ਨਹੀਂ ਲੜੇ, ਬਾਬਾ ਗੁਰਬਖਸ਼ ਸਿੰਘ ਜੀ ਇਹ ਵੀ ਬਿਨਾਂ ਸੀਸ ਤੋਂ ਲੜੇ ਸਨ।
फिर बाबा दीप सिंह जी जदों उत्ते जंग होया, पहला जहान खां आया, ਉਹਦੇ ਨਾਲ बड़ा जंग होया घोड़ियां दे उपर। दोवां दे घोड़े फट्टड़ हो गए ते गुरमुख प्यारिओ फिर जंग के मैदान के आमो सामने होए, बड़ा गुरमुख दुखा होए बाबा दीप सिंह जी के नाल। बाबा दीप सिंह जी के हथों जहान खां की मौत हुई ते फिर उहनूं देख के जमाल खां आया ते गुरमुख प्यारे जो जमाल खां आया ते वो भी अपने आप में बड़ा जरनैल कहलाउंदा सी। फिर बाबा दीप सिंह जी का जो जंग जमाल खां के नाल होया, दोवां दे आपस में सांझे वार हो गए। सांझे वार होने के नाल जमाल खां की भी शीश धड़ के नाल अलग हो गया सी, वो डिग पिया ते बाबा दीप सिंह जी का जो शीश अलग होया ते सिंघां ने कहा बाबा जी अजे इत्थों दरबार साहब तकरीबन 4 कोह दूर है, तुहाडा परम है भी असीं जाके उत्थे शहीदी देनी है। परम किया सी। कहते बाबा दीप सिंह उस समय अपने शीश नूं संभालते हुए ते गुरमुख प्यारो 2 धारा खंडा ते जालमां दे आहू लाउंदे हुए बाबा दीप सिंह जी फिर सतखंड श्री हरमंदर साहब की परिक्रमा दे विच पहुंचे। उत्थे परिक्रमा दे विच पहुंच के बाबा दीप सिंह जी ने जिवें आपां गुरु साहब दे अगे घटावा रखते हैं, कहते अपना शीश इस तरह भेंट किया सी धन गुरु रामदास महाराज के चरणों के। गुरमुख प्यारे कहते जामो जदों आपां दरबार साहब की परिक्रमा करते हैं ना, इधरों लंगर वाले पासे गुरु रामदास लंगर आ मंजी साहब हाल आ, इस पासों जो जाने खब्बे पासे भी जाइए तो खब्बे पासे बाबा दीप सिंह जी का स्थान है जिथे बाबा जी ने अपना शीश भेंट किया, वो परिक्रमा दे विच ही है ते गुरमुख प्यारे उहदे भी दर्शन करने चाहिए हैं। फिर जदों बाबा दीप सिंह जी की शहीदी हुई उस तो बाद बाबा दीप सिंह जी के धड़ दा ते शीश का संस्कार शीशगंज गुरुद्वारा साहिब शहीदां गुरुद्वारा रामसर साहब के कोल वो स्थान बनया होया शहीदां दा स्थान कहंदे जिहनूं ते गुरमुख प्यारे उस जगह ते फिर बाबा जी के धड़ दा ते शीश का संस्कार किया गया। बाबा दीप सिंह जी का शहीदी दिन आ रहा है, इस करके आपां बाबा दीप सिंह जी के शहीदी की गल की है। सो इस तरह वो गुरसिख जिहड़े लड़ते लड़ते गुरमुख प्यारिओ शहीद हो गए ते सिੱਖੀ ते सिदक जिहड़ा सी उन्होंने हस हस के निभा दिता ते अपने आप को गुरमुख प्यारो भावें उन्होंने कीमा कीमा करवा लिया। ये हुंदे ने गुरसिख, ये जिहड़ियां शहादतां दित्तियां गुरु दे सिखां ने। आपां जिथों गल शुरू कीती सी भी ये शहादतां तां दित्तियां जांदियां ने, पहलां इबादतां करदे सी, नितनेमी सन, बाणी सन ते बाणी बाणे दे धारनी सन। जिहड़ा बाणी बाणे दा धारनी आ नितनेमी गुरसिख चढ़ती कला वाला ते ओही गुरु दे लई मर मिट सकदा है। गल्लां करनियां बड़ियां सौखियां ने गुरमुख प्यारो, शहीदी देनी कुर्बानी देनी गुरु दे खातर लड़ के मरना ये बड़ा औखा है। ये किसी विरले विरले के हिस्से दे विच आउंदा ते सतगुरु जी कृपा करन, गुरु के दर की सेवा करते हैं तो सतगुरु जी मेहर करन अपने ते भी। कलयुगी जीवा गुरमुख प्यारो अज तो शहीदियां की लोड़ नहीं है, अज तो बड़ियां मौजां लगियां ने गुरु की कृपा के नाल सानूं ते असीं फिर भी अज गुरु तो बड़े दूर हो जाते हैं, सिੱਖੀ तो बड़े दूर हो जाते हैं। गुरमुख प्यारिओ अजे भी समा है, समझो बेड़ा मुड़ के हाथ नहीं आउणा ते गुरमुख प्यारिओ गुरु दे लड़ लगो, बाणी बाणे दे धारनी होके ते अपने जीवन नूं सफल बनाओ। इस तरह बेनतियां सतगुरां दे चरनां दे विच करिया करिए। किते साडी भी नवादी बाजां वालिया, ये अरदास करिए जिवें बाबे दीप सिंह होना की निभाई आ, भाई मनी सिंह होना की निभाई है। सतगुरु साडे ते मेहर करिए। किते साडी भी नवादी बाजां वालिया, जिन्ना लाई उन्हां दी निवी, साडी भी नवादी बाजां वालिया।
ਜਿੰਨਾ ਲਾਈ ਉਹਨਾਂ ਦੀ ਕਿਤੇ ਸਾਡੀ ਵੀ ਨਿਭਾਦੀ ਵਾਜਾਂ ਵਾਲਿਆ ਜਿੰਨਾ ਲਾਈ ਉਹਨਾਂ ਦੀ ਵੀ ਸਾਡੀ ਵੀ ਨਿਭਾਦੀ ਵਾਜਾਂ ਵਾਲਿਆ ਜਿੰਨਾ ਲਾਈ ਉਹਨਾਂ ਦੀ ਵੀ ਇਹ ਸਾਰੀ ਭਗਤੀ ਉਸ ਅੰਮ੍ਰਿਤ ਦੀ ਸੀ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜਿਹੜਾ ਅੰਮ੍ਰਿਤ ਸਿਖਾਇਆ ਕਿਸ ਨੇ ਬੜਾ ਸੋਹਣਾ ਲਿਖਿਆ ਦਸਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਨੇ ਅਸੀਂ ਮੋਇਆ ਵਾਂਗੂ ਜਿਉਂਦੇ ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ ਇਹ ਸਾਰੀ ਅੰਮ੍ਰਿਤ ਦੀ ਸ਼ਕਤੀ ਸੀ। ਇਸੇ ਕਰਕੇ ਗੁਰਮੁਖ ਪਿਆਰਿਓ ਬੰਦ ਕਟਾ ਕੇ ਬਿਨਾਂ ਸੀਸ ਤੋਂ ਲੜਦੇ ਰਹੇ ਨੇ। ਉਹਨਾਂ ਨੂੰ ਕਹਿੰਦੇ ਆ ਸਿੱਖੀ ਸੈਨਿਕ ਨਿਭਾ ਕੇ ਹੱਸ ਕੇ ਪੁਰਜਾ ਹੋ ਗਏ ਸੂਰਮੇ ਸੈਨਿਕ ਨਿਭਾ ਕੇ ਹੱਸ ਕੇ ਪੁਰਜਾ ਹੋ ਗਏ ਸੂਰਮੇ ਸਾਰੀਆਂ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ ਨਾਮ ਦੇ ਸਹਾਰੇ ਪਾਰ ਲੰਘਣਾ ਬੇੜਾ